ਮੈਂ ਇੱਕ ਅਨਾਥ ਕੁੜੀ ਨਾਲ ਵਿਆਹ ਕਰਵਾਇਆ ਸੀ। ਉਸਦੀ 15 ਸਾਲ ਦੀ ਇੱਕ ਭੈਣ ਸੀ। ਉਹ ਵੀ ਮੇਰੀ ਪਤਨੀ ਨਾਲ ਵਿਦਾ ਹੋ ਕੇ ਆਈ ਸੀ, ਪਰ ਉਹ ਸਾਰਾ ਦਿਨ ਆਪਣੀ ਭੈਣ ਨਾਲ ਹੀ ਚਿਪਕੀ ਰਹਿੰਦੀ, ਇੱਥੋਂ ਤੱਕ ਕਿ ਰਾਤ ਨੂੰ ਵੀ ਸਾਡੇ ਕਮਰੇ ਵਿੱਚ ਹੀ ਸੌਂਦੀ ਸੀ। ਮੈਨੂੰ ਉਸ 'ਤੇ ਬਹੁਤ ਗੁੱਸਾ ਆਉਂਦਾ। ਇੱਕ ਦਿਨ ਮੈਂ ਗੁੱਸੇ ਵਿੱਚ ਉਸਨੂੰ ਕਮਰੇ ਵਿੱਚ ਬੰਦ ਕਰ ਦਿੱਤਾ, ਪਰ ਜਦੋਂ ਵਾਪਸ ਉੱਥੇ ਗਿਆ ਤਾਂ ਮੇਰੇ ਤਾਂ ਹੋਸ਼ ਹੀ ਉੱਡ ਗਏ, ਕਿਉਂਕਿ ਉੱਥੇ ਤਾਂ ਮੇਰੀ ਪਤਨੀ ਦੀ ਭੈਣ ਬਹੁਤ ਅਜੀਬ ਸੀ। ਉਹ ਹਮੇਸ਼ਾ ਡਰੀ ਸਹਿਮੀ ਰਹਿੰਦੀ ਸੀ। ਮੈਂ ਵਿਆਹ ਦੀ ਰਾਤ ਆਪਣੇ ਕਮਰੇ ਵਿੱਚ ਆਇਆ ਤਾਂ ਬਹੁਤ ਖੁਸ਼ ਸੀ। ਮੈਂ ਆਪਣੀ ਪਤਨੀ ਸੀਮਾ ਲਈ ਮੂੰਹ ਦਿਖਾਈ ਦਾ ਗਿਫਟ ਵੀ ਖਰੀਦਿਆ, ਪਰ ਜਦੋਂ ਮੈਂ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਤਾਂ ਮੇਰੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ। ਮੇਰੀ ਪਤਨੀ ਦੀ 15 ਸਾਲ ਦੀ ਭੈਣ ਉਸ ਨਾਲ ਚਿਪਕੀ ਬੈਠੀ ਸੀ ਤੇ ਰੋ ਰਹੀ ਸੀ। ਉਸ ਦਾ ਰੋਣਾ ਕੋਈ ਆਮ ਰੋਣਾ ਨਹੀਂ ਸੀ, ਉਹ ਜ਼ੋਰ-ਜ਼ੋਰ ਨਾਲ ਰੋ ਰਹੀ ਸੀ। ਉਸ ਨੂੰ ਦੇਖ ਕੇ ਮੇਰੀ ਪਤਨੀ ਸੀਮਾ ਵੀ ਪਰੇਸ਼ਾਨ ਹੋ ਰਹੀ ਸੀ। ਉਸਨੇ ਆਪਣੀ ਭੈਣ ਨੂੰ ਡਾਂਟ ਕੇ ਚੁੱਪ ਕਰਵਾਇਆ। ਮੈਂ ਸੀਮਾ ਨੂੰ ਪੁੱਛਿਆ ਕਿ ਕੀ ਹੋਇਆ ਇਸ ਨੂੰ, ਤਾਂ ਉਹ ਕਹਿਣ ਲੱਗੀ ਕਿ ਇਹ ਮੇਰੇ ਤੋਂ ਬਿਨਾਂ ਰਹਿਣ ਦੀ ਖਿਆਲ ਤੋਂ ਡਰ ਰਹੀ ਹੈ। ਤਾਂ ਇਹ ਸੁਣ ਕੇ ਮੈਨੂੰ ਦੁੱਖ ਹੋਇਆ। ਮੈਂ ਅੱਗੇ ਵਧ ਕੇ ਉਸਨੂੰ ਕਿਹਾ ਕਿ ਤੂੰ ਪਰੇਸ਼ਾਨ ਨਾ ਹੋ, ਜੇ ਤੂੰ ਸੀਮਾ ਦੀ ਭੈਣ ਹੈ ਤਾਂ ਮੇਰੀ ਵੀ ਭੈਣ ਹੈ। ਤੂੰ ਇਸੇ ਘਰ ਵਿੱਚ ਸਾਡੇ ਨਾਲ ਰਹੇਂਗੀ। ਮੈਂ ਸੀਮਾ ਨੂੰ ਕਿਹਾ ਕਿ ਤੂੰ ਇਸ ਨੂੰ ਗੱਲ ਸੁਮਨ ਨੂੰ ਨਹੀਂ ਦੱਸੀ ਕਿ ਉਹ ਕਹਿਣ ਲੱਗੀ ਕਿ ਮੈਂ ਇਸਨੂੰ ਦੱਸਿਆ ਹੈ, ਪਰ ਇਹ ਸਮਝ ਨਹੀਂ ਰਹੀ, ਹੌਲੀ-ਹੌਲੀ ਸਮਝ ਜਾਵੇਗੀ। ਮੈਂ ਸਿਰ ਹਿਲਾ ਦਿੱਤਾ, ਪਰ ਉਸਦੀ ਗੱਲ ਸੁਣ ਕੇ ਮੈਂ ਇੱਕਦਮ ਹੈਰਾਨ ਹੋ ਗਿਆ। ਉਹ ਕਹਿਣ ਲੱਗੀ ਕਿ ਮੈਂ ਸੁਮਨ ਨੂੰ ਆਪਣੇ ਨਾਲ ਸੁਲਾ ਲਵਾਂ। ਜਦੋਂ ਤੱਕ ਇਹ ਸੰਭਲ ਨਹੀਂ ਜਾਂਦੀ, ਮੇਰੇ ਨਾਲ ਹੀ ਸੌਂ ਜਾਇਆ ਕਰੇਗੀ। ਮੰਮੀ ਪਾਪਾ ਦੇ ਜਾਣ ਤੋਂ ਬਾਅਦ ਇਹ ਇਕੱਲੇ ਵਿੱਚ ਬਹੁਤ ਡਰ ਜਾਂਦੀ ਹੈ। ਛੋਟੀ-ਛੋਟੀ ਗੱਲ 'ਤੇ ਪਰੇਸ਼ਾਨ ਹੋ ਕੇ ਬਿਮਾਰ ਹੋ ਜਾਂਦੀ ਹੈ। ਮੈਂ ਸੀਮਾ ਦੀ ਗੱਲ ਸਮਝ ਗਿਆ ਸੀ। ਮੈਂ ਕਿਹਾ, ਠੀਕ ਹੈ, ਤੁਸੀਂ ਦੋਨੋਂ ਇੱਥੇ ਸੌਂ ਜਾਵੋ, ਮੈਂ ਦੂਸਰੇ ਕਮਰੇ ਵਿੱਚ ਚਲਿਆ ਜਾਂਦਾ ਹਾਂ। ਸੀਮਾ ਮੈਨੂੰ ਇਸ ਲਈ ਧੰਨਵਾਦ ਕਰਦੀ ਕਹਿਣ ਲੱਗੀ ਕਿ ਤੁਸੀਂ ਬਹੁਤ ਵੱਡੀ ਮਿਹਰਬਾਨੀ ਕੀਤੀ ਹੈ। ਮੈਂ ਹਮੇਸ਼ਾ ਤੁਹਾਡੀ ਆਭਾਰੀ ਰਹਾਂਗੀ। ਤੁਸੀਂ ਫਿਕਰ ਨਾ ਕਰੋ, ਸੁਮਨ ਜਲਦੀ ਠੀਕ ਹੋ ਜਾਵੇਗੀ, ਫਿਰ ਸਭ ਨੋਰਮਲ ਹੋ ਜਾਵੇਗਾ। ਮੈਂ ਸੀਮਾ ਨੂੰ ਕਿਹਾ ਕਿ ਕੋਈ ਨਾ, ਮੈਂ ਤੇਰੀ ਹਾਲਤ ਸਮਝ ਰਿਹਾ ਹਾਂ। ਇੰਨਾ ਕਹਿ ਕੇ ਮੈਂ ਕਮਰੇ ਵਿੱਚੋਂ ਬਾਹਰ ਆ ਗਿਆ। ਮੈਂ ਸੀਮਾ ਨੂੰ ਤਸੱਲੀ ਤਾਂ ਦੇ ਆਇਆ, ਪਰ ਆਪਣੇ ਆਪ ਨੂੰ ਤਸੱਲੀ ਕਿਵੇਂ ਦਿੰਦਾ? ਮੇਰੇ ਦਿਮਾਗ ਵਿੱਚ ਬਾਰ-ਬਾਰ ਇਹੀ ਸਵਾਲ ਆ ਰਿਹਾ ਸੀ ਕਿ ਸੁਮਨ ਹਮੇਸ਼ਾ ਇਸ ਤਰ੍ਹਾਂ ਹੀ ਮੇਰੀਆਂ ਖੁਸ਼ੀਆਂ ਵਿੱਚ ਆਵੇਗੀ। ਕਿਤੇ ਮੈਂ ਉਸਨੂੰ ਹਾਂ ਕਰਕੇ ਆਪਣਾ ਹੀ ਨੁਕਸਾਨ ਤਾਂ ਨਹੀਂ ਕਰ ਦਿੱਤਾ। ਪਰ ਮੈਂ ਬੜੀ ਕੋਸ਼ਿਸ਼ ਤੋਂ ਬਾਅਦ ਇਹ ਗੱਲਾਂ ਆਪਣੇ ਮਨ ਵਿੱਚੋਂ ਬਾਹਰ ਕੱਢ ਦਿੱਤੀਆਂ। ਮੈਂ ਸੋਚਿਆ ਕਿ ਉਹ ਛੋਟੀ ਹੈ, ਸ਼ਾਇਦ ਇਸੇ ਲਈ ਅਜਿਹਾ ਵਿਵਹਾਰ ਕਰ ਰਹੀ ਹੈ। ਮੈਂ ਵੀ ਪਹਿਲਾਂ ਨਾਲੋਂ ਉਸਦਾ ਜ਼ਿਆਦਾ ਧਿਆਨ ਰੱਖਣ ਲੱਗਿਆ। ਉਹ ਬੜੀ ਮਾਸੂਮ ਤੇ ਡਰੀ ਸਹਿਮੀ ਕੁੜੀ ਸੀ। ਮੈਂ ਸੋਚਦਾ ਸੀ ਕਿ ਪਤਾ ਨਹੀਂ ਉਸਨੇ ਆਪਣੀ ਜ਼ਿੰਦਗੀ ਵਿੱਚ ਕਿੰਨਾ ਦੁੱਖ ਦੇਖਿਆ ਹੋਵੇਗਾ ਜੋ ਇਸ ਤਰ੍ਹਾਂ ਵਿਵਹਾਰ ਕਰਦੀ ਹੈ। ਸਾਡੇ ਵਿਆਹ ਨੂੰ 1 ਹਫ਼ਤਾ ਹੋ ਗਿਆ ਸੀ, ਪਰ ਸੁਮਨ ਹਜੇ ਵੀ ਸਾਡੇ ਕਮਰੇ ਵਿੱਚ ਸੌਂਦੀ ਸੀ, ਜਦੋਂ ਕਿ ਮੈਂ ਦੂਸਰੇ ਕਮਰੇ ਵਿੱਚ ਸੌਂਦਾ ਸੀ। ਇੱਕ ਦਿਨ ਮੈਂ ਸੁਮਨ ਲਈ ਇੱਕ ਬੈਗ ਲੈ ਕੇ ਆਇਆ। ਮੈਂ ਜਦੋਂ ਘਰ ਆਇਆ, ਸੀਮਾ ਕੰਮ ਕਰ ਰਹੀ ਸੀ। ਸੁਮਨ ਬੈਠੀ ਉਸਨੂੰ ਦੇਖ ਰਹੀ ਸੀ। ਮੈਂ ਸੁਮਨ ਨੂੰ ਬੈਗ ਦੇਣ ਲਈ ਉਸ ਕੋਲ ਆਇਆ ਤਾਂ ਸੀਮਾ ਵੀ ਭੱਜ ਕੇ ਮੇਰੇ ਕੋਲ ਆ ਗਈ। ਮੈਂ ਸੁਮਨ ਨੂੰ ਕਿਹਾ, ਦੇਖ, ਮੈਂ ਤੇਰੇ ਲਈ ਗਿਫਟ ਲੈ ਕੇ ਆਇਆ ਹਾਂ। ਉਹ ਮੈਨੂੰ ਦੇਖ ਕੇ ਰੋਣ ਲੱਗੀ। ਸੀਮਾ ਪਿੱਛੇ ਜਾ ਕੇ ਲੁਕ ਗਈ। ਮੈਂ ਹੈਰਾਨ ਰਹਿ ਗਿਆ, ਉਹ ਅਜਿਹਾ ਕਿਉਂ ਕਰ ਰਹੀ ਸੀ? ਉਹ ਹਮੇਸ਼ਾ ਆਪਣੇ ਆਪ ਨੂੰ ਇਸ ਤਰ੍ਹਾਂ ਛੁਪਾ ਕੇ ਰੱਖਦੀ ਸੀ, ਪਰ ਮੈਨੂੰ ਨਹੀਂ ਪਤਾ ਸੀ ਕਿ ਜਦੋਂ ਮੈਨੂੰ ਇਸ ਕਿਉਂ ਦਾ ਜਵਾਬ ਮਿਲੇਗਾ ਤਾਂ ਮੈਨੂੰ ਇੰਨਾ ਵੱਡਾ ਧੱਕਾ ਲੱਗੇਗਾ। ਮੈਂ ਉੱਠ ਕੇ ਖੜਾ ਹੋ ਗਿਆ ਤੇ ਕਿਹਾ ਕਿ ਸੁਮਨ, ਮੇਰੀ ਗੱਲ ਸੁਣ, ਮੈਂ ਤੇਰੇ ਲਈ ਗਿਫਟ ਲੈ ਕੇ ਆਇਆ ਹਾਂ। ਪਰ ਮੇਰੀ ਗੱਲ ਸੁਣ ਕੇ ਉਹ ਹੋਰ ਰੋਣ ਲੱਗੀ। ਮੈਂ ਸਵਾਲੀਆ ਨਜ਼ਰ ਨਾਲ ਆਪਣੀ ਪਤਨੀ ਵੱਲ ਦੇਖਿਆ ਤਾਂ ਉਹ ਵੀ ਮੈਨੂੰ ਗੁੱਸੇ ਵਿੱਚ ਲੱਗ ਰਹੀ ਸੀ। ਉਹ ਕਹਿਣ ਲੱਗੀ, ਤੁਸੀਂ ਮਿਹਰਬਾਨੀ ਕਰਕੇ ਮੇਰੀ ਭੈਣ ਤੋਂ ਦੂਰ ਰਹੋ। ਤੁਸੀਂ ਮੇਰੇ ਪਤੀ ਹੋ, ਪਰ ਮੇਰੀ ਭੈਣ ਲਈ ਤਾਂ ਗੈਰ ਹੋ, ਇਸ ਲਈ ਤੁਸੀਂ ਇਸ ਨਾਲ ਗੱਲ ਨਾ ਕਰਿਆ ਕਰੋ। ਮੈਨੂੰ ਸੀਮਾ ਦੀ ਇਹ ਗੱਲ ਬਹੁਤ ਬੁਰੀ ਲੱਗੀ। ਮੈਂ ਤਾਂ ਸੁਮਨ ਨੂੰ ਆਪਣੀ ਭੈਣ ਸਮਝਦਾ ਸੀ, ਪਰ ਸੀਮਾ ਦੀ ਇਸ ਗੱਲ ਨੇ ਮੈਨੂੰ ਪਰੇਸ਼ਾਨ ਕਰ ਦਿੱਤਾ। ਮੈਂ ਵੀ ਗੁੱਸੇ ਵਿੱਚ ਆ ਗਿਆ। ਮੈਂ ਕਿਹਾ, ਜੇ ਤੈਨੂੰ ਆਪਣੀ ਭੈਣ ਦੀ ਇੰਨੀ ਹੀ ਫਿਕਰ ਹੈ ਤਾਂ ਤੂੰ ਉਸਨੂੰ ਇੱਕ ਗੈਰ ਮਰਦ ਦੇ ਘਰ ਆਪਣੇ ਨਾਲ ਕਿਉਂ ਲੈ ਕੇ ਆਈ ਹੈ? ਇੰਨਾ ਕਹਿ ਕੇ ਮੈਂ ਗੁੱਸੇ ਵਿੱਚੋਂ ਘਰੋਂ ਬਾਹਰ ਚਲਿਆ ਗਿਆ। ਕੁਝ ਸਮੇਂ ਬਾਅਦ ਮੈਨੂੰ ਆਪਣੇ ਸਖਤ ਵਿਵਹਾਰ 'ਤੇ ਸ਼ਰਮਿੰਦਗੀ ਮਹਿਸੂਸ ਹੋਣ ਲੱਗੀ। ਸੁਮਨ ਮੇਰੇ ਘਰ ਜ਼ਬਰਦਸਤੀ ਤਾਂ ਨਹੀਂ ਆਈ ਸੀ। ਜੋ ਮੈਂ ਉਸਨੂੰ ਤਾਨੇ ਦੇ ਰਿਹਾ ਸੀ, ਉਹ ਤਾਂ ਮੇਰੇ ਕਹਿਣ 'ਤੇ ਹੀ ਆਈ ਸੀ। ਘਰ ਵਿੱਚ ਬਸ ਅਸੀਂ ਤਿੰਨੇ ਹੀ ਸੀ। ਉਸ ਤੋਂ ਪਹਿਲਾਂ ਤਾਂ ਘਰ ਵਿੱਚ ਖਾਮੋਸ਼ੀ ਤੇ ਸન્ਨਾਟਾ ਸੀ। ਮੇਰੀ ਮਾਂ ਦੀ ਮੌਤ 2 ਸਾਲ ਪਹਿਲਾਂ ਹੋ ਗਈ ਸੀ। ਮਾਂ ਦੇ ਗੁਜ਼ਰ ਜਾਣ ਤੋਂ ਬਾਅਦ ਜ਼ਿੰਦਗੀ ਨੇ ਮੈਨੂੰ ਕੜੀ ਧੁੱਪ ਵਿੱਚ ਲਿਆ ਕੇ ਖੜਾ ਕਰ ਦਿੱਤਾ ਸੀ। ਘਰ ਦੀ ਸਾਰੀ ਜ਼ਿੰਮੇਵਾਰੀ ਮੇਰੇ 'ਤੇ ਆ ਗਈ ਸੀ। ਮੈਂ ਕੁਆਰਾ ਸੀ ਤੇ ਘਰ ਵਿੱਚ ਇਕੱਲਾ ਰਹਿੰਦਾ ਸੀ, ਇਸ ਲਈ ਕੋਈ ਕੰਮ ਵਾਲੀ ਵੀ ਮੇਰੇ ਘਰ ਕੰਮ 'ਤੇ ਨਾ ਲੱਗਦੀ। ਮੇਰੇ ਇੱਕ ਦੋਸਤ ਨੇ ਮੈਨੂੰ ਵਿਆਹ ਕਰਾਉਣ ਦੀ ਸਲਾਹ ਦਿੱਤੀ ਤਾਂ ਮੈਂ ਰਿਸ਼ਤੇ ਦੀ ਜ਼ਿੰਮੇਵਾਰੀ ਉਸ 'ਤੇ ਪਾ ਦਿੱਤੀ। ਮੇਰੇ ਦੋਸਤ ਨੇ ਮੈਨੂੰ ਸੀਮਾ ਬਾਰੇ ਦੱਸਿਆ, ਜੋ ਕਿ ਅਨਾਥ ਸੀ। ਨਾਲ ਹੀ ਸੁਮਨ ਬਾਰੇ ਵੀ ਦੱਸਿਆ ਕਿ ਉਹ ਵੀ ਸੀਮਾ ਦੇ ਨਾਲ ਹੀ ਮੇਰੇ ਘਰ ਆਵੇਗੀ। ਮੈਂ ਵੀ ਖੁੱਲ੍ਹੇ ਦਿਲ ਨਾਲ ਹਾਮੀ ਭਰ ਦਿੱਤੀ ਕਿ ਚੱਲ, ਜਦੋਂ ਉਹ ਜਵਾਨ ਹੋ ਜਾਵੇਗੀ ਤਾਂ ਉਸ ਦਾ ਵਿਆਹ ਕਰ ਦੇਵਾਂਗੇ ਤੇ ਉਹ ਆਪਣੇ ਘਰ ਚਲੀ ਜਾਵੇਗੀ।
ਪਰ ਮੈਂ ਕਿੱਥੇ ਜਾਣਦਾ ਸੀ ਕਿ ਸੁਮਨ ਤਾਂ ਇੱਕ ਅਜੀਬ ਕਿਸਮ ਦੀ ਬੱਚੀ ਸੀ ਤੇ ਮੇਰੇ ਗਲੇ ਦੀ ਹੱਡੀ ਬਣ ਜਾਵੇਗੀ, ਜਿਸ ਨੂੰ ਮੈਂ ਨਾ ਨਿਗਲ ਸਕਾਂਗਾ ਤੇ ਨਾ ਹੀ ਉਗਲ ਸਕਾਂਗਾ। ਫਿਰ ਮੈਂ ਫੈਸਲਾ ਕੀਤਾ ਕਿ ਕੁਝ ਦਿਨ ਹੋਰ ਸਬਰ ਕਰਕੇ ਦੇਖ ਲੈਂਦਾ ਹਾਂ। ਮੈਂ ਘਰ ਵਾਪਸ ਆ ਗਿਆ। ਮੈਂ ਘਰ ਦੇ ਦਰਵਾਜ਼ੇ 'ਤੇ ਖੜਾ ਸੀ। ਮੇਰੇ ਕੰਨਾਂ ਵਿੱਚ ਸੁਮਨ ਦੀ ਆਵਾਜ਼ ਪਈ। ਉਹ ਕਹਿ ਰਹੀ ਸੀ ਕਿ ਦੀਦੀ, ਕੀ ਹੁਣ ਤੇਰਾ ਤਲਾਕ ਹੋ ਜਾਵੇਗਾ? ਤੂੰ ਮੇਰੇ ਨਾਲ ਵਾਪਸ ਚੱਲੇਂਗੀ, ਜਿੱਥੇ ਸਿਰਫ ਆਪਾਂ ਰਹਾਂਗੇ। ਕਿਸੇ ਤੀਸਰੇ ਨੂੰ ਬਰਦਾਸ਼ਤ ਨਹੀਂ ਕਰਨਾ ਪਵੇਗਾ। ਸੀਮਾ ਇੱਕਦਮ ਗੁੱਸੇ ਵਿੱਚ ਬੋਲੀ, ਆਪਣੀ ਬਕਵਾਸ ਬੰਦ ਕਰ ਸੁਮਨ। ਸੁਮਨ ਦੇ ਹਾਸੇ ਦੀ ਆਵਾਜ਼ ਆਈ। ਫਿਰ ਉਹ ਕਹਿਣ ਲੱਗੀ, ਹੁਣ ਤਾਂ ਤੇਰਾ ਪਤੀ ਵੀ ਘਰ ਨਹੀਂ ਹੈ, ਹੁਣ ਤਾਂ ਤੂੰ ਮੈਨੂੰ ਮੇਰੇ ਅਸਲੀ ਨਾਮ ਨਾਲ ਬੁਲਾ ਸਕਦੀ ਹੈ। ਸੁਮਨ ਦੀ ਗੱਲ ਸੁਣ ਕੇ ਮੈਂ ਹੈਰਾਨ ਹੋ ਗਿਆ ਕਿ ਸੁਮਨ ਦਾ ਕੋਈ ਹੋਰ ਨਾਮ ਵੀ ਹੈ ਜੋ ਮੇਰੇ ਤੋਂ ਛੁਪਾਇਆ ਗਿਆ। ਪਰ ਕਿਉਂ? ਮੇਰੇ ਦਿਮਾਗ ਵਿੱਚ ਇੰਨੇ ਸਵਾਲ ਘੁੰਮਣ ਲੱਗੇ। ਹੁਣ ਮੈਨੂੰ ਘੁਟਨ ਮਹਿਸੂਸ ਹੋਣ ਲੱਗੀ ਸੀ। ਮੈਂ ਦਰਵਾਜ਼ਾ ਖੋਲ੍ਹਿਆ ਅਤੇ ਘਰ ਦੇ ਅੰਦਰ ਆ ਗਿਆ। ਸੀਮਾ ਭੱਜ ਕੇ ਮੇਰੇ ਕੋਲ ਆਈ ਤੇ ਕਹਿਣ ਲੱਗੀ, ਕਿੱਥੇ ਚਲੇ ਗਏ ਸੀ ਤੁਸੀਂ? ਮੈਨੂੰ ਤੁਹਾਡੀ ਬਹੁਤ ਫਿਕਰ ਹੋ ਰਹੀ ਸੀ। ਮੈਂ ਇਹ ਦੇਖ ਕੇ ਖੁਸ਼ ਸੀ ਕਿ ਸੀਮਾ ਨਾਰਾਜ਼ ਨਹੀਂ ਸੀ, ਪਰ ਸੁਮਨ ਇੱਕ ਵਾਰ ਫਿਰ ਰੋਣ ਲੱਗੀ ਤੇ ਬੋਲੀ, ਦੀਦੀ ਤੂੰ ਇਸ ਨਾਲ ਗੱਲ ਨਾ ਕਰ, ਇਹ ਮੈਨੂੰ ਗੁੱਸੇ ਨਾਲ ਦੇਖਦਾ ਹੈ। ਤੇਰਾ ਪਤੀ ਗੰਦਾ ਹੈ। ਸੀਮਾ ਮੈਨੂੰ ਸ਼ੱਕੀ ਨਜ਼ਰ ਨਾਲ ਦੇਖਣ ਲੱਗੀ। ਮੈਂ ਆਪਣੀ ਸਫਾਈ ਦਿੱਤੀ ਤੇ ਕਿਹਾ ਕਿ ਮੈਂ ਤੈਨੂੰ ਗੁੱਸੇ ਨਾਲ ਕਿਉਂ ਦੇਖਾਂਗਾ। ਸੀਮਾ ਮੈਨੂੰ ਕਹਿਣ ਲੱਗੀ ਕਿ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਤੁਸੀਂ ਸੁਮਨ ਨਾਲ ਗੱਲ ਨਾ ਕਰਿਆ ਕਰੋ। ਇੰਨਾ ਕਹਿ ਕੇ ਸੀਮਾ ਆਪਣੀ ਭੈਣ ਨੂੰ ਫੜ ਕੇ ਕਮਰੇ ਵਿੱਚ ਲੈ ਗਈ। ਮੈਂ ਹਾਲ ਵਿੱਚ ਆਪਣਾ ਮੂੰਹ ਲਈ ਖੜਾ ਸੀ, ਪਰ ਹੁਣ ਮੈਨੂੰ ਸ਼ੱਕ ਹੋ ਗਿਆ ਸੀ ਕਿ ਕੁਝ ਤਾਂ ਗੜਬੜ ਜ਼ਰੂਰ ਹੈ। ਮੈਂ ਤਾਂ ਸੁਮਨ ਦੇ ਵਿਵਹਾਰ ਨੂੰ ਬਚਪਨਾ ਸਮਝਦਾ ਸੀ, ਪਰ ਇੱਥੇ ਤਾਂ ਕਹਾਣੀ ਕੁਝ ਹੋਰ ਹੀ ਸੀ। ਮੇਰੇ ਦਿਲ ਵਿੱਚ ਸ਼ੱਕ ਦਾ ਬੀਜ ਉੱਗ ਪਿਆ ਸੀ। ਮੈਂ ਸੋਚਿਆ ਕਿ ਜੇ ਮੈਂ ਉਸ ਨਾਲ ਸਖਤੀ ਕਰਾਂਗਾ ਤਾਂ ਉਹ ਆਪਣਾ ਰਾਜ਼ ਖੋਲ੍ਹ ਦੇਵੇਗੀ। ਸੀਮਾ ਹਮੇਸ਼ਾ ਦੀ ਤਰ੍ਹਾਂ ਨਾਸ਼ਤਾ ਬਣਾ ਰਹੀ ਸੀ। ਮੈਂ ਉਸ ਨਾਲ ਕੋਈ ਗੱਲ ਨਹੀਂ ਕੀਤੀ ਤੇ ਨਾਸ਼ਤਾ ਕਰਕੇ ਚੁੱਪਚਾਪ ਆਫਿਸ ਚਲਿਆ ਗਿਆ। ਪਰ ਸੁਮਨ ਦਾ ਵਿਵਹਾਰ ਮੈਨੂੰ ਖਟਕ ਰਿਹਾ ਸੀ। ਉਸ ਦੀਆਂ ਅਜੀਬ ਹਰਕਤਾਂ, ਮੈਨੂੰ ਦੇਖ ਕੇ ਰੋਣਾ, ਫਿਰ ਮੇਰੇ ਤੇ ਸੀਮਾ ਦੇ ਤਲਾਕ ਦੀ ਗੱਲ ਕਰਕੇ ਖੁਸ਼ ਹੋਣਾ, ਇਹ ਸਭ ਕੀ ਸੀ? ਸੁਮਨ ਕੋਈ ਬੱਚੀ ਤਾਂ ਨਹੀਂ ਸੀ, ਪੂਰੇ 15 ਸਾਲ ਦੀ ਸੀ। ਇਸ ਉਮਰ ਵਿੱਚ ਤਾਂ ਕੁੜੀਆਂ ਬੜੀਆਂ ਸਮਝਦਾਰ ਹੋ ਜਾਂਦੀਆਂ ਹਨ। ਯਕੀਨਨ ਇਹ ਮਾਮਲਾ ਸਿੱਧਾ ਨਹੀਂ ਸੀ ਜਿੰਨਾ ਮੈਨੂੰ ਲੱਗ ਰਿਹਾ ਸੀ। ਸ਼ਾਮ ਨੂੰ ਵੀ ਸੁਮਨ ਨੇ ਮੈਨੂੰ ਗੁੱਸਾ ਦਿਵਾਉਣ ਦੀ ਪੂਰੀ ਤਿਆਰੀ ਕਰ ਰੱਖੀ ਸੀ। ਮੈਨੂੰ ਦੇਖ ਕੇ ਉਹ ਅਜੀਬ ਹਰਕਤਾਂ ਕਰਨ ਲੱਗੀ। ਮੈਂ ਸੀਮਾ ਨਾਲ ਕੁਝ ਗੱਲ ਕਰਨ ਲੱਗਿਆ ਤਾਂ ਉਹ ਸੀਮਾ ਨੂੰ ਫੜ ਕੇ ਆਪਣੇ ਕਮਰੇ ਵਿੱਚ ਲੈ ਗਈ। ਫਿਰ ਸੀਮਾ ਨੇ ਮੈਨੂੰ ਕਮਰੇ ਅੰਦਰੋਂ ਹੀ ਕਿਹਾ, ਤੁਸੀਂ ਖਾਣਾ ਖਾ ਕੇ ਆਪਣੇ ਕਮਰੇ ਵਿੱਚ ਚਲੇ ਜਾਓ, ਅਸੀਂ ਬਾਅਦ ਵਿੱਚ ਖਾਵਾਂਗੇ। ਸੁਮਨ ਕਹਿ ਰਹੀ ਹੈ ਕਿ ਜਿੰਨਾ ਚਿਰ ਤੁਸੀਂ ਆਪਣੇ ਕਮਰੇ ਵਿੱਚ ਨਹੀਂ ਜਾਂਦੇ ਉਹ ਬਾਹਰ ਨਹੀਂ ਆਵੇਗੀ। ਇਹ ਸੁਣ ਕੇ ਮੈਨੂੰ ਗੁੱਸਾ ਤਾਂ ਬਹੁਤ ਆਇਆ, ਪਰ ਮੈਂ ਆਪਣੇ ਗੁੱਸੇ 'ਤੇ ਕਾਬੂ ਪਾ ਕੇ ਸੀਮਾ ਨੂੰ ਕਿਹਾ ਕਿ ਚੱਲ ਸੁਮਨ ਤਾਂ ਬਾਅਦ ਵਿੱਚ ਖਾ ਲਵੇਗੀ, ਪਰ ਤੂੰ ਤਾਂ ਆ ਕੇ ਮੇਰੇ ਨਾਲ ਖਾਣਾ ਖਾ ਲੈ। ਤਾਂ ਸੀਮਾ ਦੇ ਜਵਾਬ ਨੇ ਮੈਨੂੰ ਅੱਗ ਲਗਾ ਦਿੱਤੀ। ਉਹ ਕਹਿਣ ਲੱਗੀ ਕਿ ਤੁਹਾਨੂੰ ਤਾਂ ਪਤਾ ਹੀ ਹੈ ਕਿ ਸੁਮਨ ਕਿੰਨੀ ਜ਼ਿੱਦੀ ਹੈ, ਤੂਫਾਨ ਖੜਾ ਕਰ ਦੇਵੇਗੀ। ਤੁਸੀਂ ਮੇਰੀ ਗੱਲ ਮੰਨੋ। ਹੁਣ ਮੈਂ ਆਪਣੇ ਆਪੇ ਵਿੱਚੋਂ ਬਾਹਰ ਹੋ ਗਿਆ ਸੀ ਤੇ ਕਮਰੇ ਵੱਲ ਵਧਿਆ। ਸੀਮਾ ਸੁਮਨ ਨੂੰ ਕਹਿ ਰਹੀ ਸੀ ਕਿ ਪਾਪਾ ਨਾਲ ਤੂੰ ਵੀ ਮਰ ਜਾਂਦੀ, ਘੱਟੋ ਘੱਟ ਮੇਰੀ ਜ਼ਿੰਦਗੀ ਤਾਂ ਸਕੂਨ ਨਾਲ ਲੰਘਦੀ। ਨਾ ਜਾਣੇ ਤੂੰ ਕਿਸ ਪਾਪ ਦੀ ਸਜ਼ਾ ਹੈ। ਮੈਂ ਦਰਵਾਜ਼ਾ ਖੋਲ੍ਹ ਕੇ ਅੰਦਰ ਚਲਾ ਗਿਆ। ਸੁਮਨ ਦਾ ਹੱਥ ਫੜ ਕੇ ਖਿੱਚਦੇ ਹੋਏ ਬਾਹਰ ਲੈ ਆਇਆ। ਸੀਮਾ ਘਬਰਾ ਗਈ। ਉਹ ਆਪਣੀ ਭੈਣ ਨੂੰ ਛੁਡਾਉਣ ਦੀ ਕੋਸ਼ਿਸ਼ ਕਰਨ ਲੱਗੀ, ਪਰ ਮੈਂ ਆਪਣੇ ਹੋਸ਼ ਵਿੱਚ ਨਹੀਂ ਸੀ। ਮੈਂ ਸੁਮਨ ਨੂੰ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਅਤੇ ਸੀਮਾ ਨੂੰ ਆਪਣੇ ਨਾਲ ਦੂਜੇ ਕਮਰੇ ਵਿੱਚ ਲੈ ਆਇਆ। ਮੈਂ ਕਿਹਾ, ਹੁਣ ਮੈਨੂੰ ਸੱਚ ਦੱਸ ਕਿ ਤੇਰੀ ਭੈਣ ਇਹ ਸਭ ਕਿਉਂ ਕਰਦੀ ਹੈ? ਸੀਮਾ ਦੇ ਚਿਹਰੇ ਦਾ ਰੰਗ ਉੱਡ ਗਿਆ। ਉਹ ਬਸ ਰੋਈ ਜਾ ਰਹੀ ਸੀ, ਮੇਰੇ ਕਿਸੇ ਸਵਾਲ ਦਾ ਜਵਾਬ ਨਹੀਂ ਦੇ ਰਹੀ ਸੀ। ਮੈਂ ਉਸਨੂੰ ਕਿਹਾ ਕਿ ਮੈਨੂੰ ਇਹ ਸਭ ਪਸੰਦ ਨਹੀਂ ਹੈ, ਮੈਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗਾ। ਇੰਨਾ ਕਹਿ ਕੇ ਮੈਂ ਕਮਰੇ ਵਿੱਚੋਂ ਬਾਹਰ ਆ ਗਿਆ। ਕੁਝ ਸਮੇਂ ਤੱਕ ਉਹ ਦੋਨੋਂ ਜ਼ੋਰ-ਜ਼ੋਰ ਨਾਲ ਰੋਂਦੀਆਂ ਰਹੀਆਂ ਅਤੇ ਫਿਰ ਖਾਮੋਸ਼ ਹੋ ਗਈਆਂ। ਕੁਝ ਸਮੇਂ ਬਾਅਦ ਮੈਂ ਦਿਲ ਹੱਥੋਂ ਮਜਬੂਰ ਹੋ ਕੇ ਸੁਮਨ ਦੇ ਕਮਰੇ ਵੱਲ ਵਧਿਆ, ਕਿਉਂਕਿ ਮੈਂ ਉਸ ਤੋਂ ਮਾਫ਼ੀ ਮੰਗ ਕੇ ਉਸਨੂੰ ਸੀਮਾ ਕੋਲ ਲਿਜਾਣਾ ਚਾਹੁੰਦਾ ਸੀ। ਮੈਂ ਸ਼ਾਇਦ ਗੁੱਸੇ ਵਿੱਚ ਉਹਨਾਂ ਨਾਲ ਬਹੁਤ ਗਲਤ ਕਰ ਬੈਠਾ ਸੀ, ਪਰ ਜਿਵੇਂ ਹੀ ਮੈਂ ਸੁਮਨ ਦੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਤਾਂ ਉੱਥੇ ਇੱਕ ਮੁੰਡਾ ਬੈਠਾ ਸੀ। ਮੇਰੇ ਤਾਂ ਹੋਸ਼ ਹੀ ਉੱਡ ਗਏ। ਮੈਂ ਅੱਗੇ ਵਧਿਆ ਤਾਂ ਉਹ ਡਰ ਕੇ ਰੋਣ ਲੱਗਿਆ। ਮੈਂ ਉਸਨੂੰ ਕਿਹਾ, ਤੂੰ ਕੌਣ ਹੈ? ਸੁਮਨ ਕਿੱਥੇ ਗਈ? ਉਹ ਰੋਂਦੇ ਰੋਂਦੇ ਕਹਿਣ ਲੱਗਿਆ ਕਿ ਜੇ ਮੈਂ ਸੱਚ ਦੱਸ ਦਿੱਤਾ ਮੈਨੂੰ ਵੇਚ ਤਾਂ ਨਹੀਂ ਦੇਵੋਗੀ। ਮੈਂ ਉਸਦੀ ਗੱਲ ਸੁਣ ਕੇ ਹੈਰਾਨ ਸੀ। ਮੈਂ ਕਿਹਾ, ਨਹੀਂ ਨਹੀਂ। ਤਾਂ ਉਹ ਮੇਰੀ ਗੱਲ ਨਾਲ ਬੇਫਿਕਰ ਹੋ ਗਿਆ ਤੇ ਬੋਲਿਆ, ਜਦੋਂ ਮੈਂ ਪੈਦਾ ਹੋਇਆ ਤੇ ਮੇਰੇ ਘਰ ਵਿੱਚ ਗਮ ਮਨਾਇਆ ਗਿਆ, ਜਿਵੇਂ ਕਿ ਮੈਂ ਪੈਦਾ ਨਾ ਹੋਇਆ ਹੋਵਾਂ, ਸਗੋਂ ਮਰ ਗਿਆ ਹੋਵਾਂ। ਮੈਂ ਜਦੋਂ ਵੱਡਾ ਹੋਇਆ ਤਾਂ ਆਪਣੇ ਆਸ-ਪਾਸ ਬਹੁਤ ਜ਼ੁਲਮ ਦੇਖਿਆ। ਮੇਰੇ ਪਾਪਾ ਮੇਰੀ ਮਾਂ ਨੂੰ ਕੁੱਟ-ਕੁੱਟ ਕੇ ਉਸ ਦਾ ਬੁਰਾ ਹਾਲ ਕਰ ਦਿੰਦੇ ਤੇ ਮੇਰੇ ਵੱਲ ਇਸ਼ਾਰਾ ਕਰਦੇ ਕਹਿੰਦੇ, ਇਸ ਤੋਂ ਚੰਗਾ ਸੀ ਤੂੰ ਬਾਂਝ ਹੀ ਹੁੰਦੀ। ਦੀਦੀ ਹਮੇਸ਼ਾ ਕਹਿੰਦੀ ਕਿ ਪਾਪਾ ਦੀਆਂ ਗੱਲਾਂ ਵੱਲ ਧਿਆਨ ਨਾ ਦੇ, ਤੂੰ ਬਹੁਤ ਪਿਆਰਾ ਹੈ। ਜੇ ਮੈਂ ਇੰਨਾ ਪਿਆਰਾ ਸੀ ਤਾਂ ਮੇਰੀ ਵਜ੍ਹਾ ਕਰਕੇ ਮੇਰੀ ਮਾਂ ਦੇ ਕੁੱਟ ਕਿਉਂ ਪੈਂਦੀ ਸੀ? ਹਰ ਦੂਸਰੇ ਤੀਸਰੇ ਦਿਨ ਮਾਂ ਦੇ ਕੁੱਟ ਪੈ ਹੀ ਜਾਂਦੀ ਸੀ। ਮੈਂ ਆਪਣੇ ਛੋਟੇ ਹੱਥਾਂ ਨਾਲ ਮਾਂ ਦੇ ਪੈਰ ਦਬਾਉਂਦਾ ਤਾਂ ਕਿ ਉਸਦਾ ਦਰਦ ਘੱਟ ਹੋ ਸਕੇ। ਇੱਕ ਦਿਨ ਮਾਂ ਮੇਰੇ ਲਈ ਸਾਈਕਲ ਲੈ ਕੇ ਆਈ। ਕਿਉਂਕਿ ਮੈਂ ਖੇਡਣ ਬਾਹਰ ਨਹੀਂ ਜਾਂਦਾ ਸੀ, ਇਸ ਲਈ ਮਾਂ ਨੇ ਮੇਰੇ ਖੇਡਣ ਦਾ ਇੰਤਜ਼ਾਮ ਘਰ ਵਿੱਚ ਹੀ ਕਰ ਦਿੱਤਾ। ਮੈਂ ਖੁਸ਼ੀ ਵਿੱਚ ਸਾਰਾ ਦਿਨ ਧੁੱਪ ਵਿੱਚ ਖੇਡਦਾ ਰਿਹਾ।
ਮਾਂ ਕਹਿਣ ਲੱਗੀ ਕਿ ਅੱਜ ਪਹਿਲਾ ਦਿਨ ਹੈ, ਇਸ ਲਈ ਖੇਡ ਲੈ, ਕੱਲ੍ਹ ਤੋਂ ਧੁੱਪ ਵਿੱਚ ਨਹੀਂ ਖੇਡਣ ਦੇਵਾਂਗੀ। ਸ਼ਾਮ ਨੂੰ ਜਦੋਂ ਪਾਪਾ ਘਰ ਆਏ ਤਾਂ ਮੈਨੂੰ ਸਾਈਕਲ ਨਾਲ ਖੇਡਦਾ ਦੇਖ ਕੇ ਕਹਿਣ ਲੱਗੇ, ਇਸ ਨੂੰ ਕਿਸ ਨੇ ਸਾਈਕਲ ਦਿੱਤਾ ਹੈ। ਮੇਰੇ 2 ਥੱਪੜ ਵੀ ਮਾਰੇ ਤੇ ਸਾਈਕਲ ਵੀ ਤੋੜ ਦਿੱਤਾ। ਮੈਂ ਰੋਣ ਲੱਗਿਆ। ਮੈਂ ਗੁੱਸੇ ਵਿੱਚ ਖਾਣਾ ਵੀ ਨਹੀਂ ਖਾਧਾ। ਰਾਤ ਨੂੰ ਮਾਂ ਮੇਰੇ ਕੋਲ ਆਈ ਤੇ ਕਹਿਣ ਲੱਗੀ ਕਿ ਅੱਜ ਮੈਂ ਤੈਨੂੰ ਇੱਕ ਸੱਚ ਦੱਸਣ ਲੱਗੀ ਹਾਂ, ਹੁਣ ਤੂੰ ਹਰ ਗੱਲ ਸਮਝਣ ਲੱਗਿਆ ਹੈ। ਮੇਰੀ ਮਾਂ ਕਹਿਣ ਲੱਗੀ, ਮੈਂ ਹਜੇ ਤੱਕ ਤੇਰਾ ਕੋਈ ਨਾਮ ਨਹੀਂ ਰੱਖ ਪਾਈ। ਮੈਨੂੰ ਇਹ ਸਮਝ ਨਹੀਂ ਆ ਰਿਹਾ ਸੀ ਕਿ ਤੇਰਾ ਨਾਮ ਕੁੜੀਆਂ ਵਾਲਾ ਰੱਖਾਂ ਜਾਂ ਮੁੰਡਿਆਂ ਵਾਲਾ। ਮੈਂ ਕਿਹਾ, ਮੈਂ ਮੁੰਡਾ ਹਾਂ ਤਾਂ ਮੁੰਡਿਆਂ ਵਾਲਾ ਨਾਮ ਹੀ ਹੋਣਾ ਚਾਹੀਦਾ ਹੈ, ਪਰ ਮੰਮੀ ਨੇ ਨਾਂ ਵਿੱਚ ਸਿਰ ਹਿਲਾ ਦਿੱਤਾ ਤਾਂ ਮੈਂ ਦੰਗ ਰਹਿ ਗਿਆ। ਮਾਂ ਕਹਿਣ ਲੱਗੀ ਕਿ ਨਾ ਤੂੰ ਮੁੰਡਾ ਹੈ ਨਾ ਤੂੰ ਕੁੜੀ, ਤੂੰ ਤਾਂ। ਇਹ ਕਹਿ ਕੇ ਮੇਰੀ ਮਾਂ ਰੋਣ ਲੱਗੀ ਤੇ ਕਹਿਣ ਲੱਗੀ ਕਿ ਮੈਂ ਤੈਨੂੰ ਮੁੰਡਾ ਨਹੀਂ ਕੁੜੀ ਬਣਾਵਾਂਗੀ, ਨਹੀਂ ਤਾਂ ਲੋਕ 100 ਤਰ੍ਹਾਂ ਦੀਆਂ ਗੱਲਾਂ ਕਰਨਗੇ, ਤੂੰ ਘਰ ਦੀ 4 ਦੀਵਾਰੀ ਵਿੱਚ ਸਲਾਮਤ ਰਹੇਂਗੀ। ਮੈਂ ਕਿਹਾ, ਮੈਂ ਨਹੀਂ ਬਣਨਾ ਕੁੜੀ, ਮੈਂ ਤਾਂ ਮੁੰਡਾ ਬਣਨਾ ਹੈ। ਮਾਂ ਕਹਿਣ ਲੱਗੀ, ਮੇਰੇ ਕੋਲ ਇੰਨਾ ਸਮਾਂ ਨਹੀਂ ਹੈ, ਨਹੀਂ ਤਾਂ ਤੇਰੇ ਦੁੱਖ ਆਪਣੇ ਸਿਰ ਲੈ ਲੈਂਦੀ। ਮੈਂ ਰੋਂਦੇ ਹੋਏ ਮਾਂ ਨਾਲ ਲਿਪਟ ਗਿਆ ਤੇ ਅਸੀਂ ਦੋਨੋਂ ਰੋਂਦੇ ਰਹੇ। ਸਵੇਰੇ ਮੇਰੀ ਅੱਖ ਰੋਣ ਦੀਆਂ ਆਵਾਜ਼ਾਂ ਨਾਲ ਖੁੱਲ੍ਹੀ। ਦੀਦੀ ਜ਼ੋਰ-ਜ਼ੋਰ ਨਾਲ ਰੋ ਰਹੀ ਸੀ। ਬਾਹਰ ਦੇਖਿਆ ਤਾਂ ਮੰਮੀ ਦੀਆਂ ਅੱਖਾਂ ਬੰਦ ਸਨ ਤੇ ਦੀਦੀ ਰੋ ਰਹੀ ਸੀ। ਮੈਂ ਵੀ ਦੀਦੀ ਦੇ ਗਲ ਲੱਗ ਕੇ ਰੋਣ ਲੱਗਿਆ। ਸਮਝ ਗਿਆ ਸੀ ਕਿ ਮਾਂ ਸਾਨੂੰ ਛੱਡ ਚੁੱਕੀ ਸੀ। ਦੀਦੀ ਮੈਨੂੰ ਅੰਦਰ ਲੈ ਗਈ ਤੇ ਮੇਰੇ ਸਿਰ 'ਤੇ ਚੁੰਨੀ ਦੇ ਕੇ ਕਹਿਣ ਲੱਗੀ ਕਿ ਅੱਜ ਤੋਂ ਤੂੰ ਸੁਮਨ ਹੈ, ਯਾਦ ਹੈ ਨਾ ਮੰਮੀ ਨੇ ਕੀ ਕਿਹਾ ਸੀ। ਮੈਂ ਮਾਂ ਤੋਂ ਬਿਨਾਂ ਰੋਂਦਾ ਤੜਫਦਾ ਰਹਿੰਦਾ। ਫਿਰ ਇੱਕ ਦਿਨ ਪਾਪਾ ਵੀ ਚਲੇ ਗਏ। ਅਸੀਂ ਚਾਚੀ ਦੇ ਘਰ ਆ ਗਏ। ਚਾਚੀ ਵੀ ਪਾਪਾ ਦੀ ਤਰ੍ਹਾਂ ਬਹੁਤ ਜ਼ਾਲਿਮ ਸੀ। ਉਹ ਹਰ ਸਮੇਂ ਮੈਨੂੰ ਮਾਰਦੀ ਰਹਿੰਦੀ। ਅਕਸਰ ਕਹਿੰਦੀ ਕਿ ਤੈਨੂੰ ਤੇਰੇ ਸਹੀ ਟਿਕਾਣੇ 'ਤੇ ਭੇਜ ਦੇਵਾਂਗੀ, ਤੈਨੂੰ ਗੁਰੂ ਲੈ ਜਾਵੇਗਾ। ਹਮੇਸ਼ਾ ਦੀਦੀ ਹੀ ਮੇਰਾ ਸਹਾਰਾ ਬਣਦੀ। ਫਿਰ ਦੀਦੀ ਦਾ ਵਿਆਹ ਤੁਹਾਡੇ ਨਾਲ ਹੋ ਗਿਆ। ਮੈਨੂੰ ਤੁਹਾਡੇ ਤੋਂ ਵੀ ਡਰ ਲੱਗਦਾ, ਕਿਤੇ ਤੁਸੀਂ ਵੀ ਮੈਨੂੰ ਵੇਚ ਨਾ ਦੇਵੋ। ਦੀਦੀ ਕਹਿੰਦੀ ਵੀ ਸੀ ਕਿ ਤੁਸੀਂ ਚੰਗੇ ਹੋ, ਅਜਿਹਾ ਕੁਝ ਨਹੀਂ ਕਰੋਗੇ। ਹੁਣ ਮੈਂ ਤੁਹਾਨੂੰ ਸਭ ਸੱਚ ਦੱਸ ਦਿੱਤਾ ਹੈ। ਮੇਰਾ ਚਿਹਰਾ ਹੰਝੂਆਂ ਨਾਲ ਭਿੱਜ ਚੁੱਕਿਆ ਸੀ। ਮੈਂ ਜਲਦੀ ਨਾਲ ਬਾਹਰ ਆਇਆ ਤੇ ਸੀਮਾ ਦੇ ਕਮਰੇ ਦਾ ਦਰਵਾਜ਼ਾ ਖੋਲ੍ਹ ਦਿੱਤਾ। ਮੈਂ ਉਸ ਤੋਂ ਮਾਫ਼ੀ ਮੰਗਣ ਲੱਗਿਆ। ਉਹ ਰੋ ਰਹੀ ਸੀ। ਕਹਿਣ ਲੱਗੀ, ਕਿਸ ਗੱਲ ਦੀ ਮਾਫ਼ੀ? ਤੁਸੀਂ ਤਾਂ ਸਾਨੂੰ ਬੇਸਹਾਰਿਆਂ ਨੂੰ ਸਹਾਰਾ ਦਿੱਤਾ ਹੈ। ਮੈਨੂੰ ਸ਼ਾਇਦ ਪਹਿਲਾਂ ਹੀ ਤੁਹਾਨੂੰ ਸੱਚ ਦੱਸ ਦੇਣਾ ਚਾਹੀਦਾ ਸੀ, ਪਰ ਮੈਂ ਡਰ ਗਈ ਸੀ। ਹੁਣ ਅਸੀਂ ਸੁਮਨ ਨੂੰ ਦਿਮਾਗ ਦੇ ਡਾਕਟਰ ਕੋਲ ਲੈ ਕੇ ਜਾਣ ਲੱਗੇ। ਉਸਦੇ ਦਿਮਾਗ ਵਿੱਚੋਂ ਬਚਪਨ ਦਾ ਇਹ ਦਰਦ ਕੱਢਣਾ ਬਹੁਤ ਮੁਸ਼ਕਿਲ ਸੀ, ਪਰ ਹੌਲੀ-ਹੌਲੀ ਉਹ ਠੀਕ ਹੋਣ ਲੱਗੀ। ਮੈਂ ਉਸਦੀ ਪੜ੍ਹਾਈ ਵੀ ਸ਼ੁਰੂ ਕਰਵਾ ਦਿੱਤੀ ਤੇ ਮੈਂ ਤੇ ਸੀਮਾ ਵੀ ਖੁਸ਼ਗਵਾਰ ਜ਼ਿੰਦਗੀ ਜਿਉਣ ਲੱਗੇ। ਸੁਮਨ ਵੀ ਚੰਗੀ ਜ਼ਿੰਦਗੀ ਵੱਲ ਵਧ ਰਹੀ ਸੀ। ਮੈਂ ਆਪਣੇ ਆਪ ਨਾਲ ਵਾਅਦਾ ਕੀਤਾ ਕਿ ਹਰ ਮੋੜ 'ਤੇ ਉਸਦਾ ਸਾਥ ਦੇਵਾਂਗਾ ਤੇ ਉਸਦਾ ਭਵਿੱਖ ਵੀ ਰੌਸ਼ਨ ਕਰਾਂਗਾ। ਤਾਂ ਦੋਸਤੋ, ਇਹ ਸੀ ਅੱਜ ਦੀ ਕਹਾਣੀ। ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ। ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ।